इत्थे पिता की कहता पहला भेजदा पिया काहदे वास्ते तू देख के आ रिवर्स स्टोरी सेम ठीक है। पर राती मैं यही गल करदा पिया कि एक बंदे नूं भेजा काहदे वास्ते आ भरावां दा की वेखिया भरावां नूं की करके आ वेख के आ कि ठीक आ वो बंदा आप ही गैब हो गया जिहड़ा किसी दा पता लैन गया ठीक है। स्टोरी च पता लैन गया पर आप गैप हो गया। अगे वेखो 37:18 ਉਹਨਾਂ ਨੇ ਉਹਨੂੰ ਦੂਰੋਂ ਦੇਖਾ ਅਤੇ ਉਹਦੇ ਨੇੜੇ ਆਉਣ ਤੋਂ ਪਹਿਲਾਂ ਉਹਨਾਂ ਨੇ ਉਹਦੇ ਮਾਰ ਸੁੱਟਣ ਦਾ ਪਤਾ ਪਾਇਆ। हाँ जी ਜਦੋਂ यूसुफ ਪਹੁੰਚਣ ਲੱਗਾ ਸੀ ਉਹ ਤੋਂ ਪਹਿਲਾਂ ਕੀ ਕੀਤਾ ਉਹਨਾਂ ਨੇ ਉਹਨੂੰ ਮਾਰਨ ਦੀ ਸਲਾਹ ਕੀਤੀ ਕਿਦੋਂ ਜਦੋਂ ਕੀ ਸੀ ਉਹਨਾਂ ਤੋਂ ਦੂਰੋਂ ਵੇਖਿਆ। ਇੱਥੇ ਮੂਸਾ ਕਿੱਥੇ ਆ ਬੱਚਾ ਕਿੱਥੇ ਟੋਕਰੀ 'ਚ ਦੂਰ ਇੱਥੇ ਬੱਚਾ ਦੂਰ ਆ ਤੇ ਫਿਰ ਆਉਂਦੀ ਬੇਟੀ ਦੇ ਮਨ 'ਚ ਕੀ ਆਇਆ ਮੈਂ ਕੀ ਕਰਨਾ ਤਰਸ ਕਰਨਾ। ਇੱਥੇ ਉਹਨਾਂ ਨੇ ਦੂਰੋਂ ਵੇਖਿਆ ਉਹਨਾਂ ਦੇ ਮਨ 'ਚ ਕੀ ਚੱਲਦਾ ਪਿਆ ਆਪਾਂ ਨੂੰ ਕੀ ਕਰਨਾ ਮਾਰ ਦੇਣਾ। ਉਹਦੇ ਮਨ 'ਚ ਕੀ ਆਉਂਦਾ ਪਿਆ ਤਰਸ ਕਰਨਾ। ਇੱਥੇ ਕੌਣ ਤਰਸ ਕਰਦਾ ਪਿਆ ਫਿਰ ਆਉਂਦੀ ਬੇਟੀ। ਹੁਣ ਤੇ ਸੋਚੋ ਧਿਆਨ ਨਾਲ ਜੇ ਤੁਸੀਂ ਉਸ ਜਗ੍ਹਾ ਵਿੱਚ ਹੁੰਦੇ ਤੁਸੀਂ ਦੂਰੋਂ ਵੇਖਦੇ ਪਏ ਉਹ ਜਿੱਦਾਂ ਉੱਥੇ ਮਰੀਅਮ ਵੇਖਦੀ ਪਈ ਤੁਸੀਂ ਵੇਖਿਆ ਬੱਚਾ ਜਿਹੜਾ ਹੈਗਾ ਵਾ ਉਹ ਫਿਰੌਨ ਦੀ ਬੇਟੀ ਕੋਲ ਪਹੁੰਚ ਗਿਆ ਤੁਹਾਡੇ ਖਿਆਲ ਨਾਲ ਕੀ ਹੋਣਾ ਚਾਹੀਦਾ ਸੀ ਉੱਥੇ ਫਿਰੌਨ ਦੀ ਬੇਟੀ ਕੀ ਕਰੇ ਉਸ ਵੇਲੇ ਮਾਰ ਦੇ ਕਿਉਂਕਿ ਮੇਰੇ ਪਿਤਾ ਨੇ ਕਿਹਾ ਵਾ ਪਰ ਫਿਰੌਨ ਦੀ ਬੇਟੀ ਕੀ ਕਰਦੀ ਤਰਸ ਕਰਦੀ। ਹੁਣ ਤੁਸੀਂ ਉੱਥੇ ਭਰਾਵਾਂ ਨੂੰ ਤੁਸੀਂ ਫਿਰ ਉੱਥੇ ਦੂਰ ਖੜੇ ਹੋ ਪਿਛਲੀ ਸਟੋਰੀ 'ਚ ਭਰਾ ਉੱਥੇ ਹੈਗੇ ਤੇ ਆਪਸ 'ਚ ਵੇਖਦੇ ਪਏ ਹੋ ਕਿ ਪਿਓ ਨੇ ਭੇਜਿਆ ਵਾ ਮੁੰਡੇ ਨੂੰ ਕਾਹਦੇ ਵਾਸਤੇ ਭਰਾਵਾਂ ਦਾ ਪਤਾ ਲੈ ਕੇ ਆ। ਹੁਣ ਭਰਾਵਾਂ 'ਚ ਕੀ ਹੋਣਾ ਚਾਹੀਦਾ ਤੁਹਾਡੇ ਹਿਸਾਬ ਨਾਲ ਪਿਆਰ ਹੋਣਾ ਚਾਹੀਦਾ ਸੀ ਪਰ ਉੱਥੇ ਕੀ ਹੁੰਦਾ ਪਿਆ ਮਾਰਨ ਦਾ ਹੁੰਦਾ ਪਿਆ। ਰਿਵਰਸ ਸਟੋਰੀ ਸਭ ਕੁਝ ਉੱਥੇ ਭਰਾ ਕੀ ਕਰਦੇ ਪਏ ਆਪਸ ਵਿੱਚ ਵੈਰ ਵਿਰੋਧ। ਇੱਥੇ ਜਿਹੜੇ ਵੈਰ ਵਿਰੋਧ ਕਰਨਾ ਚਾਹੀਦਾ ਵਾ ਉਹ ਕੀ ਕਰਦੀ ਪਈ ਤਰਸ ਕਰਦੀ ਪਈ। ਪਰ ਉਹਨੂੰ ਬਚਾਇਆ ਕਿੰਨੇ ਉਹ ਸਟੋਰੀ ਵਿੱਚ ਮੂਸਾ ਦੀ ਸਟੋਰੀ ਵਿੱਚ ਕੌਣ ਲਾਗੇ ਖਲੋਤੀ ਸੀ ਉੱਥੇ ਹਾਂਜੀ ਉਹਦੀ ਭੈਣ ਜਿਹਦਾ ਨਾਮ ਕੀ ਸੀ ਮਰੀਅਮ ਠੀਕ ਹੈ। ਹੁਣ ਧਿਆਨ ਦਿਓ ਪਿਛਲੀ ਸਟੋਰੀ ਵਿੱਚ ਭਰਾ ਨੂੰ ਨਹੀਂ ਬਚਾ ਪਾਇਆ ਭਰਾ ਨੂੰ ਕਵਰ ਕਰਨਾ ਸੀ ਪਰ ਕੌਣ ਬਚਾਉਂਦਾ ਪਿਆ ਇੱਥੇ ਆ ਕੇ ਭੈਣ ਬਚਾਉਂਦੀ ਪਈ। ਮੈਂ ਪਿਛਲੇ ਤੁਹਾਨੂੰ ਸ਼ੇਅਰ ਕੀਤਾ ਸੀ ਠੀਕ ਹੈ। ਜਿੱਥੇ ਭਰਾ ਫੇਲ ਹੋ ਗਏ ਉੱਥੇ ਹੁਣ ਭੈਣ ਆ ਗਈ ਉਹ ਫਰਜ਼ ਪੂਰਾ ਕਰਦੀ ਪਈ। ਆਪਾਂ ਨੇ ਵੇਖਿਆ ਰੂਬੇਨ ਦਾ ਨਾਂ ਦਾ ਮਤਲਬ ਕੀ ਆ ਰੂਬੇਨ ਦਾ ਨਾਮ ਮਤਲਬ ਹੈਗਾ ਦੇਖਣਾ ਤੇ ਸ਼ਿਮੋਨ ਦਾ ਨਾਮ ਮਤਲਬ ਹੈਗਾ ਸੁਣਨਾ ਠੀਕ ਹੈ। ਹੁਣ ਧਿਆਨ ਦਿਓ ਰੂਬੇਨ ਭਰਾ ਨੂੰ ਬਚਾਉਣਾ ਚਾਹੁੰਦਾ ਸੀ ਪਰ ਨਹੀਂ ਬਚਾ ਪਾਇਆ ਕਿਉਂਕਿ ਉਹਦੀ ਕਿਸੇ ਨੇ ਨਹੀਂ ਸੁਣੀ। ਉਹਦੇ ਵਿੱਚ ਕਮੀ ਕੀ ਹੈਗੀ ਰੂਬੇਨ ਦੇ ਵਿੱਚ ਰੂਬੇਨ ਇੱਕ ਕਰੈਕਟਰ ਹੈਗਾ ਇੱਕ ਪਰਸਨੈਲਿਟੀ ਹੈਗੀ ਉਹ 'ਚ ਕਮੀ ਕੀ ਆ ਉਹ ਦੇਖ ਲੈਂਦਾ ਵਾ ਪਰ ਉਹਦੀ ਕੋਈ ਸੁਣਦਾ ਨਹੀਂ ਹੈਗਾ ਉਹਦੀ ਨਹੀਂ ਕੋਈ ਸੁਣਦਾ ਠੀਕ ਹੈ। ਕਿਉਂਕਿ ਉਹ ਬੋਲਿਆ ਸੀ ਨਹੀਂ ਉਹ ਬਚਾਉਣਾ ਚਾਹੁੰਦਾ ਸੀ ਨਹੀਂ ਹੋਇਆ ਯਹੂਦਾ ਆਇਆ ਉਹ ਬੋਲਿਆ ਤੇ ਉਹਦੀ ਸੁਣ ਲਈ ਗਈ ਉਹਦੀ ਨਹੀਂ ਸੁਣੀ ਰੂਬੇਨ ਦੀ। ਹੁਣ ਵੇਖੋ ਧਿਆਨ ਨਾਲ ਸੇਮ ਉਸ ਸਟੋਰੀ ਵਿੱਚ ਆਪਾਂ ਵੇਖਦੇ ਹਾਂ ਮੂਸਾ ਠੀਕ ਹੈ। ਮੂਸਾ ਟੋਕਰੀ 'ਚ ਹੈਗਾ ਸੀ ਮੂਸਾ ਨੂੰ ਬਚਾ ਲਿਆ ਕਿੰਨੇ ਉਹਦੀ ਭੈਣ ਨੇ ਠੀਕ ਹੈ। ਹੁਣ ਵੇਖੋ ਕੂਚ ਦੇ ਵਿੱਚ ਕੀ ਹੋ ਰਿਹਾ ਕੂਚ ਚੈਪਟਰ ਨੰਬਰ 2 ਦੇ ਵਿੱਚ 2 ਦੀ ਵਰਸ ਨੰਬਰ 11 ਫਿਰ ਇੰਜ ਹੋਇਆ ਕਿ ਉਹਨਾਂ ਦਿਨਾਂ ਵਿੱਚ ਜਦ ਮੂਸਾ ਵੱਡਾ ਹੋਇਆ ਹਾਂਜੀ ਤਾਂ ਉਸਨੇ ਆਪਣੇ ਭਰਾਵਾਂ ਕੋਲ ਬਾਹਰ ਜਾ ਕੇ ਉਹਨਾਂ ਦੇ ਭਾਰਾਂ ਨੂੰ ਡਿੱਠਾ ਉਹਨਾਂ ਦੇ ਹਿੰਦੀ 'ਚ ਲਿਖਿਆ ਉਹਨਾਂ ਦੇ ਉਹਦੇ ਦੁੱਖ ਦੇ ਉੱਪਰ ਡਿੱਠਾ ਕੀ ਹੁੰਦਾ ਦੇਖਣਾ। ਹੁਣ ਇੱਕ ਕਰੈਕਟਰ ਹੋਰ ਆ ਗਿਆ ਜਿਹੜਾ ਕੀ ਕਰਦਾ ਵਾ ਦੇਖਦਾ ਵਾ। ਉਹਨੇ ਵੇਖਿਆ ਕਿ ਭਰਾਵਾਂ ਦੇ ਨਾਲ ਦੁੱਖ ਹੁੰਦਾ ਪਿਆ ਉਹਨੇ ਕੀ ਕੀਤਾ ਅੱਗੇ ਕਿਹਾ ਡਿੱਠਾ ਤੇ ਉਸਨੇ ਇੱਕ ਮਿਸਰੀ ਨੂੰ ਦੇਖਿਆ ਜੋ ਉਸਨੇ ਭਰਾਵਾਂ ਵਿੱਚੋਂ ਇੱਕ ਇਬਰਾਨੀ ਨੂੰ ਮਾਰਿਆ। ਹਾਂਜੀ ਹੁਣ ਉਹਨੇ ਇੱਕ ਮਿਸਰ ਨੂੰ ਕੀ ਕੀਤਾ ਦੇਖਿਆ ਜਿੱਥੋਂ ਆਪਾਂ ਸਟਾਰਟ ਕੀਤਾ ਹੈ ਦੇਖਣਾ ਸੁਣਨਾ। ਹੁਣ ਮੂਸਾ ਆ ਗਿਆ ਵਾ ਜਿਹੜਾ ਕਿ ਦੇਖਦਾ ਵਾ ਉਹਨੇ ਵੇਖਿਆ ਕਿ ਉਹਦੇ ਭਰਾ ਨੂੰ ਕੀ ਮਾਰਿਆ ਅੱਗੇ ਫਿਰ ਕਿਹਾ ਉਸਨੇ ਇੱਧਰ ਉੱਧਰ ਝਾਤੀ ਮਾਰੀ ਅਤੇ ਜਦ ਵੇਖਿਆ ਕਿ ਕੋਈ ਨਹੀਂ ਹੈ ਹਾਂਜੀ ਤਾਂ ਉਸਨੇ ਉਸ ਮਿਸਰੀ ਨੂੰ ਮਾਰ ਸੁੱਟਿਆ ਅਤੇ ਰੇਤ ਵਿੱਚ ਛਿਪਾ ਦਿੱਤਾ। ਬਾਰ-ਬਾਰ ਕਿਹੜਾ ਵਰਡ ਆਉਂਦਾ ਪਿਆ ਇੱਕੋ ਬਾਰ-ਬਾਰ ਦੇਖਿਆ ਠੀਕ ਹੈ। ਬਾਰ-ਬਾਰ ਮੂਸਾ ਦੇ ਕੈਰੈਕਟਰ ਵਿੱਚ ਪਿਛਲੇ ਸਟੋਰੀ 'ਚ ਆਪਾਂ ਵੇਖਿਆ ਕਿ ਮਰੀਅਮ ਜਿਹੜੀ ਹੈਗੀ ਆ ਤੇ ਰਾਜੇ ਦੀ ਬੇਟੀ ਆ ਉਹਨਾਂ ਨੇ ਕੀ ਆ ਵੇਖਿਆ। ਹੁਣ ਆਹੀ ਬੰਦੇ ਵਿੱਚ ਕੁਆਲਿਟੀ ਕੀ ਹੈਗੀ ਆ ਵੇਖਣ ਦੀ ਮੂਸਾ ਦੇ ਅੰਦਰ ਠੀਕ ਆ। ਆਪਾਂ ਕਿ ਹੁਣ ਅਲੱਗ ਟੌਪਿਕ 'ਚ ਗੱਲ ਕਰਦੇ ਪਏ। ਇਹਨੇ ਵੇਖਿਆ ਇਹਨੇ ਬਚਾਉਣ ਦੀ ਕੋਸ਼ਿਸ਼ ਕੀਤੀ ਕਿ ਮੈਂ ਮਿਸਰੀਆਂ ਦੇ ਕੋਲ ਬਚਾਉਣਾ ਯਹੂਦੀਆਂ ਨੂੰ ਠੀਕ ਹੈ। ਬਚਾਉਣ ਦੀ ਕੋਸ਼ਿਸ਼ ਕੀਤੀ ਇਹਨੇ ਬੰਦਾ ਮਾਰਿਆ ਮਿੱਟੀ 'ਚ ਪਾਤਾ ਫਿਰ ਕੀ ਹੋਇਆ ਫਿਰ ਕੀ ਹੁੰਦਾ ਸੀ ਜਦੋਂ ਫਿਰ ਉਹਨੂੰ ਪਾਰ ਲੱਗਾ 13 ਵਿੱਚ ਜਦ ਦੂਜੇ ਦਿਨ ਬਾਹਰ ਗਿਆ ਤਾਂ ਵੇਖੋ ਦੋ ਇਬਰਾਨੀ ਅੱਛਾ ਹੁਣ ਫਿਰ ਧਿਆਨ ਦਿਓ ਫਿਰ ਦੂਜੇ ਦਿਨ ਬਾਹਰ ਗਿਆ ਤੇ ਵੇਖੋ ਫਿਰ ਵਰਡ ਕਿਹੜਾ ਆ ਦੇਖੋ ਅੱਗੇ
ਇਬਰਾਹਿਮ ਆਪੋ ਵਿੱਚ ਲੜ ਰਹੇ ਸਨ ਤਾਂ ਉਸਨੇ ਝੂਠੇ ਨੂੰ ਆਖਿਆ ਤੂੰ ਆਪਣੇ ਸਾਥੀ ਨੂੰ ਕਿਉਂ ਮਾਰਦਾ ਹੈ। ਤੂੰ ਆਪਣੇ ਭਰਾ ਨੂੰ ਕਿਉਂ ਮਾਰਦਾ? ਹਾਂਜੀ ਤਾਂ ਉਸਨੇ ਆਖਿਆ ਤੈਨੂੰ ਕਿਸ ਨੇ ਸਾਡੇ ਉੱਤੇ ਸਰਦਾਰ ਤੇ ਨਿਆਂ ਬਣਾ ਦਿੱਤਾ। ਹਾਂਜੀ ਪਰ ਤੂੰ ਇਹ ਸੋਚਦਾ ਹੈ ਕਿ ਜੇ ਤੂੰ ਉਸ ਮਿਸ਼ਰੀ ਨੂੰ ਮਾਰ ਸੁੱਟਿਆ ਤੇ ਮੈਨੂੰ ਵੀ ਮਾਰ ਸੁੱਟੇਗਾ। ਹਾਂਜੀ ਤਾਂ ਮੂਸਾ ਡਰ ਗਿਆ ਤੇ ਆਖਿਆ ਇਹ ਗੱਲ ਜ਼ਰੂਰ ਖੁੱਲ ਗਈ ਇਹ ਗੱਲ ਖੁੱਲ ਗਈ ਆ। ਠੀਕ ਆ, ਮੂਸਾ ਦੀ ਕੁਆਲਿਟੀ ਕਾਦੀ ਵੇਖਣ ਦੀ, ਪਰ ਉਹਨਾਂ ਦਾ ਕਿਹੜੀ ਕੁਆਲਿਟੀ ਨਹੀਂ ਹੈਗੀ। ਆਪਾਂ ਦੋ ਟੱਪੇ ਗੱਲਾਂ ਕੀਤੀਆਂ, ਸੁਣਨ ਦੀ ਨਹੀਂ ਹੈਗੀ, ਸੁਣਨ ਦੀ ਕੁਆਲਿਟੀ ਨਹੀਂ ਹੈਗੀ, ਸਿਰਫ ਕਿਹੜੀ ਕੁਆਲਿਟੀ ਆ? ਪਰ ਸੁਣਨ ਦੀ ਕੁਆਲਿਟੀ ਕਿਸੇ ਹੋਰ ਕੋ ਹੈਗੀ। ਅਗਲੀ ਵਰਸ ਪੜ੍ਹੋ ਹੁਣ। ਜਦੋਂ ਫਿਰ ਉਹਨੇ ਇਹ ਗੱਲ ਸੁਣੀ, ਕਿਹਦੇ ਕੋ ਕੁਆਲਿਟੀ ਹੈਗੀ ਸੁਣਨ ਦੀ? ਫਿਰ ਉਹਨ ਕੋ ਕਿਹੜੀ ਕੁਆਲਿਟੀ ਨਹੀਂ ਹੈਗੀ? ਦੇਖਣ ਦੀ। ਇੱਕ ਕੋ ਕੁਆਲਿਟੀ ਹੈਗੀ ਆ ਦੇਖਣ ਦੀ, ਇੱਕ ਕੁਆਲਿਟੀ ਹੈਗੀ ਆ ਸੁਣਨ ਦੀ। ਠੀਕ ਹੈ, ਜਦੋਂ ਉਹਨੇ ਸੁਣਿਆ, ਉਹਨੇ ਕੀ ਕਿਹਾ? ਉਹਨੇ ਕਿਹਾ ਕੀ ਕਰੀਏ, ਮੂਸਾ ਨੂੰ ਮਾਰ ਦਈਏ। ਹਾਂਜੀ ਪਰ ਮੂਸਾ ਫਿਰੌਨ ਅੱਗੋਂ ਭੱਜ ਕੇ ਮਿਰਜਾਨ ਦੇ ਦੇਸ਼ ਜਾ ਗਿਆ ਅਤੇ ਇੱਕ ਉਹਦੇ ਕੋਲ ਜਾ ਗਿਆ। ਹਾਂਜੀ ਬਸ ਠੀਕ ਹੈ। ਹੁਣ ਦੀ ਧਿਆਨ ਦਿਓ, ਛੋਟੀ ਐਗਜ਼ਾਮਪਲ। ਇੱਕ ਬੰਦਾ ਸਿਰਫ ਹੈਗਾ ਦੇਖਣ ਵਾਲਾ, ਇੱਕ ਬੰਦਾ ਸਿਰਫ ਹੈਗਾ ਵਾ ਸੁਣਨ ਵਾਲਾ। ਦੇਖਣ ਵਾਲਾ ਬਚਾਉਣਾ ਚਾਹੁੰਦਾ ਵਾ ਕਿਸੇ ਨੂੰ, ਠੀਕ ਹੈ, ਜਿੱਦਾਂ ਆਪਾਂ ਮੂਸਾ ਦੀ ਗੱਲ ਕਰਦੇ ਮੈਂ, ਤੇ ਸੁਣਨ ਵਾਲਾ ਮਾਰਨਾ ਚਾਹੁੰਦਾ ਕਿਹਨੂੰ ਮਾਰਨਾ ਚਾਹੁੰਦਾ? ਦੇਖਣ ਵਾਲੇ ਨੂੰ। ਹੁਣ ਜੇ ਸੁਣਨ ਵਾਲਾ ਦੇਖਣ ਵਾਲੇ ਨੂੰ ਮਾਰਦੇ ਫਿਰ ਕੀ ਹੋਊਗਾ? ਇੱਕ ਬੰਦਾ ਹੈਗਾ ਉਹ ਸਿਰਫ ਦੇਖਦਾ ਵਾ, ਇੱਕ ਬੰਦਾ ਸਿਰਫ ਸੁਣਦਾ। ਜੇ ਸੁਣਨ ਵਾਲਾ ਦੇਖਣ ਵਾਲੇ ਨੂੰ ਮਾਰਦੇ ਫਿਰ ਕੀ ਹੋਊਗਾ? ਹਾਂਜੀ ਸੁਣਨ ਵਾਲੇ ਦੀ ਕੁਆਲਿਟੀ, ਸੁਣਨ ਵਾਲਾ ਕਿੱਦਾਂ ਦਾ ਹੋ ਜਾਊਗਾ? ਸੁਣਨ ਵਾਲਾ ਕੀ ਰਹਿ ਜਾਊਗਾ? ਅੰਨਾ ਰਹਿ ਜਾਊਗਾ ਨਾ, ਕਿਉਂਕਿ ਦੇਖਣ ਵਾਲਾ ਤੁਹਾਡੇ ਵਿੱਚ ਇੱਕੋ ਹੀ ਹੈਗਾ ਸੀ, ਉਹਨੂੰ ਵੀ ਤੁਸੀਂ ਮਾਰਤਾ, ਤੇ ਹੁਣ ਕੀ ਰਹਿ ਗਿਆ? ਹੁਣ ਅੰਨਾਪਨ ਰਹਿ ਗਿਆ। ਹੁਣ ਕੋਈ ਦੇਖਣ ਵਾਲਾ ਨਹੀਂ ਹੈਗਾ। ਚਾਹੀਦਾ ਕੀ ਸੀ? ਦੋ ਬੰਦੇ ਹੈਗੇ, ਇੱਕ ਦੇਖ ਸਕਦਾ, ਇੱਕ ਸੁਣ ਸਕਦਾ। ਚਾਹੀਦਾ ਕੀ ਸੀ? ਦੋਨੇ ਜਣੇ ਕੀ ਕਰਨ? ਮਿਲ ਕੇ ਚੱਲਣ। ਆਣਾ ਇੱਕ ਕੋ ਕੁਆਲਿਟੀ ਨਹੀਂ ਆ, ਇੱਕ ਕੋ ਹੈਗੀ ਆ, ਕੀ ਕਰਨ? ਮਿਲ ਕੇ ਚੱਲਣ। ਪਰ ਇੱਦਾਂ ਨਹੀਂ ਕੀਤਾ। ਅੱਛਾ ਹੁਣ ਥੱਲੇ ਚਲੋ, ਮੈਂ ਫਟਾਫਟ ਖਤਮ ਕਰਦਾ। ਵਰਸ ਨੰਬਰ 17 ਦੇ ਵਿੱਚ ਨੇ ਆੜ ਕੇ ਉਹਨਾਂ ਨੂੰ ਧੱਕੇ ਨਾਲ ਹਟਾ ਦਿੱਤਾ। ਹਾਂਜੀ ਪਰ ਮੂਸਾ ਨੇ ਉੱਠ ਕੇ ਉਹਨਾਂ ਨੂੰ ਬਚਾਇਆ ਤੇ ਉਹਨਾਂ ਦੀ ਇੱਜ਼ਤ ਨੂੰ ਦਿਲਾਇਆ। ਠੀਕ ਹੈ, ਫਿਰ ਮੂਸਾ ਨੇ ਆਪਣੇ ਵਿਆਹ ਦੇ ਉੱਪਰ ਕੋਸ਼ਿਸ਼ ਕਰਦਾ ਬਚਾਉਣ ਦੀ। ਮੂਸਾ ਕਿੱਦਾਂ ਦਾ ਕਰੈਕਟਰ ਹੈਗਾ ਜਿਹੜਾ ਕਿ ਆਪਣੀ ਤਾਕਤ ਦੇ ਨਾਲ ਬਚਾਉਣਾ ਚਾਹੁੰਦਾ ਵਾ, ਦੇਖ ਕੇ। ਠੀਕ ਹੈ, ਉਹਦੇ ਕੋਲ ਕਿਹੜੀ ਚੀਜ਼ ਦੀ ਕਮੀ ਹੈਗੀ ਆ? ਸੁਣਨ ਦੀ ਨਹੀਂ ਹੈਗੀ। ਕਿਹਦੇ ਕੋਲ ਕੁਆਲਿਟੀ ਹੈਗੀ ਸੀ ਦੇਖਣ ਦੀ ਤੇ ਸੁਣਨ ਦੀ ਨਹੀਂ ਸੀ? ਆਪਾਂ ਹੁਣੇ ਪੜ੍ਹਿਆ ਪਿੱਛੇ, ਰੂਬੇਨ। ਹੁਣ ਮੂਸਾ ਦੇ ਅੰਦਰ ਕਿਹਦੀ ਸਪਿਰਿਟ ਹੈਗੀ? ਹਾਂਜੀ ਮੂਸਾ ਅੰਦਰ ਸਪਿਰਿਟ ਕਿਹੜੀ ਹੈਗੀ? ਸੇਮ ਉਹੀ ਰੂਬੇਨ ਦੀ। ਇੱਦਾਂ ਲੱਗਦਾ ਪਿਆ ਜਿੱਦਾਂ ਰੂਬੇਨ ਹੀ ਆ ਕੇ ਉਹੀ ਚੀਜ਼ ਕਰਦਾ ਪਿਆ। ਰੂਬੇਨ ਬਚਾਉਣਾ ਚਾਹੁੰਦਾ ਵਾ, ਉਹ ਦੇਖ ਸਕਦਾ ਪਰ ਸੁਣ ਨਹੀਂ ਸਕਦਾ। ਠੀਕ ਹੈ, ਸੋ ਰੂਬੇਨ ਜਿਹੜਾ ਹੈਗਾ ਵਾ ਉਹ ਰੋਲ ਪਲੇ ਕਰਦਾ ਪਿਆ ਕਿ ਮੂਸਾ ਜਿਹੜਾ ਹੈਗਾ ਉਹ ਕਿਹਦਾ ਰੋਲ ਪਲੇ ਕਰਦਾ ਪਿਆ? ਰੂਬੇਨ ਦਾ। ਠੀਕ ਹੈ, ਹੁਣ ਰੂਬੇਨ ਜਿਹੜਾ ਕਿ ਦੇਖ ਸਕਦਾ ਪਰ ਸੁਣ ਨਹੀਂ ਸਕਦਾ, ਤੇ ਮੂਸਾ ਜਿਹੜਾ ਦੇਖ ਸਕਦਾ ਤੇ ਸੁਣ ਨਹੀਂ ਸਕਦਾ। ਹੁਣ ਸਟੋਰੀ 'ਚ ਕੀ ਹੋਇਆ? ਹੁਣ ਸਭ ਤੋਂ ਇੰਪੋਰਟੈਂਟ ਚੀਜ਼ ਆਉਂਦੀ, ਵਰਸ ਨੰਬਰ 2 ਦੀ ਵਰਸ ਨੰਬਰ 23। ਇਹ ਜੋ ਹੈ ਕਿ ਬਹੁਤ ਦਿਨਾਂ ਦੇ ਪਿੱਛੋਂ ਮਿਸ਼ਰ ਦਾ ਰਾਜਾ ਮਰ ਗਿਆ ਤੇ ਇਜ਼ਰਾਈਲੀਆਂ ਨੇ ਗੁਲਾਮੀ ਦੇ ਕਾਰਨ ਔਕੇਲੇ ਅਤੇ ਧਾਰਾ ਮਾਰ ਕੇ ਰੋਏ ਅਤੇ ਇਹਨਾਂ ਦੀ ਦਵਾਈ ਜੋ ਗੁਲਾਮੀ ਦੇ ਕਾਰਨ ਪਰਮੇਸ਼ਰ ਦੀ ਆਪਣੀ। ਹਾਂਜੀ ਤਾਂ ਪਰਮੇਸ਼ਰ ਨੇ ਉਹਨਾਂ ਦੀ ਹੂਕ ਸੁਣੀ ਅਤੇ ਪਰਮੇਸ਼ਰ ਨੇ ਉਹਨਾਂ ਦੀ ਆਵਾਜ਼ ਕੀ ਸੁਣੀ। ਪਿੱਛੇ ਕੀ ਹੁੰਦਾ ਪਿਆ ਸੀ? ਕੋਈ ਸੁਣਦਾ ਹੀ ਨਹੀਂ ਪਿਆ ਸੀ। ਜਿਹਨੂੰ ਸੁਣਨੀ ਚਾਹੀਦੀ ਸੀ ਉਹ ਮਾਰਨਾ ਚਾਹੁੰਦਾ ਸੀ ਦੇਖਣ ਵਾਲੇ ਨੂੰ। ਠੀਕ ਹੈ, ਇੱਕ ਕੁਆਲਿਟੀ ਹੈਗੀ ਦੇਖਣ ਦੀ, ਇੱਕ ਕੁਆਲਿਟੀ ਹੈਗੀ ਸੀ ਸੁਣਨ ਦੀ। ਹੁਣ ਪਰਮੇਸ਼ਰ ਆ ਗਏ। ਪਰਮੇਸ਼ਰ ਨੇ ਕੀ ਕੀਤਾ? ਕਰਾਨਾਂ ਨੂੰ ਸੁਣਿਆ। ਅੱਗੇ ਕੀ ਹੋਇਆ? ਪਰਮੇਸ਼ਰ ਨੇ ਆਪਣੇ ਨੇਮ ਨੂੰ ਜਿਹੜਾ ਅਬਰਾਹਮ, ਇਸਹਾਕ ਅਤੇ ਯਾਕੂਬ ਦੇ ਨਾਲ ਸੀ ਚੇਤੇ ਕੀਤਾ। ਹਾਂਜੀ, ਤਾਂ ਪਰਮੇਸ਼ਰ ਨੇ ਇਜ਼ਰਾਈਲੀਆਂ ਵੱਲ ਨਿਗਾਹ ਕੀਤੀ ਤੇ ਪਰਮੇਸ਼ਰ ਨੇ ਉਹਨਾਂ ਦੀ ਖਬਰ ਲਈ। ਪਰਮੇਸ਼ਰ ਨੇ ਇਜ਼ਰਾਈਲੀਆਂ ਵੱਲ ਨਿਗਾਹ ਕੀਤੀ। ਹੁਣ ਕੀ ਕੀਤਾ ਪਰਮੇਸ਼ਰ ਨੇ? ਦੇਖਿਆ। ਪਹਿਲਾਂ ਕੀ ਕੀਤਾ? ਸੁਣਿਆ। ਮੂਸਾ ਕੋਈ ਕੀ ਕੁਆਲਿਟੀ ਸੀ? ਦੇਖਣ ਦੀ, ਪਰ ਕਿਹੜੀ ਕੁਆਲਿਟੀ ਨਹੀਂ ਸੀ? ਸੁਣਨ ਦੀ। ਫਿਰ ਹੁਣ ਕੋ ਕਿਹੜੀ ਕੁਆਲਿਟੀ ਸੀ? ਪਰ ਕਿਹੜੀ ਕੁਆਲਿਟੀ ਨਹੀਂ ਸੀ? ਹੁਣ ਕੌਣ ਆ ਗਿਆ? ਪਰਮੇਸ਼ਵਰ। ਉਹਦੇ ਕੋਲ ਕਿਹੜੀ ਕੁਆਲਿਟੀਆਂ ਵਾ? ਦੋਨੋਂ ਹੀ। ਉਹ ਕੀ ਕਰਦਾ ਵਾ? ਦੇਖਦਾ ਵੀ ਆ ਤੇ ਸੁਣਦਾ ਵੀ ਆ। ਠੀਕ ਹੈ, ਜਦੋਂ ਆਹ ਚੀਜ਼ ਹੋਈ ਤੇ ਫਿਰ ਝਾੜੀ ਵਾਲੀ ਸਟੋਰੀ ਸ਼ੁਰੂ ਹੋ ਗਈ। ਠੀਕ ਹੈ, ਕਿਉਂ 3 ਨੰਬਰ ਚੈਪਟਰ ਝਾੜੀ ਵਾਲੀ ਸਟੋਰੀ ਸ਼ੁਰੂ ਹੋ ਗਈ? ਕਿਉਂਕਿ ਦੇਖਣਾ ਤੇ ਸੁਣਨਾ ਇਕੱਠਾ ਆ ਗਿਆ। ਤੇ ਫਿਰ ਪਰਮੇਸ਼ਰ ਨੇ ਆਂਦੇ ਕੀ ਕਿਹਾ 7 ਨੰਬਰ ਵਰਸ ਵਿੱਚ? 3 ਦੀ 7 ਜੋ ਨੇ ਆਖਿਆ ਮੈਂ ਆਪਣੀ ਪ੍ਰਜਾ ਦੀ ਮੁਸੀਬਤ ਨੂੰ ਜਿਹੜੀ ਮਿਸ਼ਨ ਵਿੱਚ ਹੈ ਸੱਚਮੁੱਚ ਵੇਖਿਆ। ਸੱਚਮੁੱਚ ਕੀ ਆ? ਦੇਖਿਆ। ਠੀਕ ਆ, ਅੱਗੇ ਚਲੋ। ਉਹਨੇ ਕਿਹਾ ਮੈਂ ਵੇਖ ਲਿਆ। ਅੱਗੇ ਤੇ ਉਹਨਾਂ ਦੀ ਦੁਹਾਈ ਜੋ ਉਹਨਾਂ ਤੋਂ ਬੇਗਾਰ ਕਰਾਉਣ ਵਾਲਿਆਂ ਦੇ ਕਾਰਨ ਹੈ ਸੁਣੀ। ਉਹ ਵੀ ਮੈਂ ਕੀ ਕੀਤੀ ਆ? ਸੁਣੀ ਆ। ਮੈਂ ਦੇਖਿਆ ਵੀ ਆ ਤੇ ਮੈਂ
ਸੁਣਿਆ ਵੀ ਆ। ਅੱਗੇ ਕਿਉਂਕਿ ਚਲੋ। ਮੈਂ ਉਹਨਾਂ ਦੇ ਦੁੱਖਾਂ ਨੂੰ ਜਾਣਦਾ ਹਾਂ। ਹਾਂਜੀ ਇਸ ਲਈ ਮੈਂ ਉਤਰਿਆ ਹਾਂ ਹਾਂਜੀ। ਤਾਂ ਜੋ ਉਹਨਾਂ ਨੂੰ ਮਿਸ਼ਰੀਆਂ ਦੇ ਤੁਸ਼ਦਾਵਾਂ ਤੇ ਉਸ ਧਰਤੀ ਵਿੱਚੋਂ ਕੱਢ ਕੇ ਚੰਗੀ ਤੇ ਮੋਕਲੀ ਧਰਤੀ ਵਿੱਚ ਜਿੱਥੇ ਦੁੱਧ ਅਤੇ ਸ਼ਹਿਦ ਵਗਦਾ ਹੈ, ਅਰਥਾਤ ਕਨਾਨੀਆਂ, ਹਿੱਤੀਆਂ, ਅਮੋਰੀਆਂ, ਫਰਿੱਜੀਆਂ ਤੇ ਯਸ਼ੂਬੀਆਂ ਦੀ ਥਾਂ ਵਿੱਚੋਂ ਉਤਾਰ ਦਿਆਂਗਾ। ਹਾਂਜੀ। ਸੋ ਹੁਣ ਇਹ ਇਜ਼ਰਾਈਲੀਆਂ ਦੀ ਸੋ ਹੁਣ ਨੋਚ ਕੀ ਲਿਖਿਆ? ਸੋ ਹੁਣ ਸੁਣ ਵੇਖ ਇਜ਼ਰਾਈਲੀਆਂ ਦੀ ਇੱਕ ਮਿੰਟ, ਹੁਣ ਧਿਆਨ ਦਿਓ, ਹਿੰਦੀ ਚ ਕੀ ਲਿਖਿਆ? ਇਸ ਲਈ ਅਬ ਸੁਣ, ਇਸ ਲਈ ਹੁਣ ਕੀ ਕਰ? ਸੁਣ। ਕਿਹਨੂੰ ਕਿਹਾ ਸੁਣ? ਮੂਸਾ ਨੂੰ, ਜਿਹਦੇ ਕੋਲ ਕਿਹੜੀ ਕੁਆਲਿਟੀ ਨਹੀਂ ਸੀ ਸੁਣਨ ਦੀ। ਪਰਮੇਸ਼ਰ ਨੇ ਕੀ ਕਿਹਾ? ਕੀ ਕਰ? ਸੁਣ। ਠੀਕ ਹੈ, ਧਿਆਨ ਦਿਓ, ਮਤਲਬ ਕਿ ਸਟੋਰੀ ਕਿੱਧਰ ਨੂੰ ਜਾ ਰਹੀਆਂ, ਕੀ ਇੱਥੇ ਹੋ ਰਿਹਾ। ਮੂਸਾ ਕੁਆਲਿਟੀ ਕੀ? ਦੇਖਣ ਦੀ, ਸੁਣਨ ਦੀ ਨਹੀਂ। ਪਰਮੇਸ਼ਰ ਨੇ ਦੇਖਿਆ ਵੀ ਤੇ ਸੁਣਿਆ ਵੀ, ਤੇ ਪਰਮੇਸ਼ਰ ਨੇ ਜੋ ਥੱਲੇ, ਪਰਮੇਸ਼ਰ ਨੇ ਕਿਹਾ ਹੁਣ ਮੈਂ ਥੱਲੇ ਉਤਰ ਆਇਆ, ਦੇਖ ਕੇ ਤੇ ਸੁਣ ਕੇ, ਹੁਣ ਤੂੰ ਕੀ ਕਰ? ਸੁਣ। ਠੀਕ ਹੈ, ਤੈਨੂੰ ਮੈਂ ਕੁਆਲਿਟੀ ਦਿੰਦਾ ਕਿਹੜੀ? ਸੁਣਨ ਦੀ। ਹੁਣ ਮੈਂ ਤੈਨੂੰ ਸੁਣਨ ਦੀ ਕੁਆਲਿਟੀ ਦਿੰਦਾ। ਹੁਣ ਉਹ ਬੰਦਾ ਭਰ ਗਿਆ, ਕੀ ਕਹਿੰਦਾ? ਉਹ ਕਹਿੰਦਾ ਪ੍ਰਭੂ ਮੈਂ ਤੇ ਬੋਲ ਵੀ ਨਹੀਂ ਸਕਦਾ, ਮੇਰੇ ਕੋਲ ਬੋਲਿਆ ਵੀ ਨਹੀਂ ਜਾਂਦਾ। ਠੀਕ ਹੈ, ਉਹਦੇ ਕੋਲ ਕੁਆਲਿਟੀ ਕਿਹੜੀ ਨਹੀਂ ਸੀ? ਸੁਣਨ ਵਾਲੀ। ਪਰ ਜਦੋਂ ਪਰਮੇਸ਼ਰ ਨੇ ਕਹਿ ਦਿੱਤਾ ਕਿ ਚੱਲ ਤੂੰ ਸੁਣ ਵੀ ਕੋਈ ਨਹੀਂ, ਉਹ ਕੀ ਕਹਿੰਦਾ? ਹੁਣ ਨਹੀਂ ਮੇਰੇ ਕੋਲ ਬੋਲਿਆ ਜਾਣਾ, ਮੈਂ ਬੋਲ ਵੀ ਨਹੀਂ ਸਕਦਾ। ਫਿਰ ਪਰਮੇਸ਼ਰ ਨੇ ਕਿਹਾ ਮੂੰਹ ਕਿੰਨੇ ਦਿੱਤੇ ਆ, ਤੇ ਕੰਨ ਕਿੰਨੇ ਦਿੱਤੇ ਆ, ਤੇ ਅੱਖਾਂ ਕਿੰਨੇ ਦਿੱਤੀਆਂ? ਮੈਂ ਦਿੱਤੀਆਂ। ਠੀਕ ਹੈ, ਪਰਮੇਸ਼ਰ ਨੇ ਜਦੋਂ ਪਰਮੇਸ਼ਰ ਨੇ ਕਿਹਾ ਇਸ ਲਈ ਹੁਣ ਸੁਣ, ਤੁਸੀਂ ਧਿਆਨ ਨਾਲ ਸੋਚੋ, ਜਿਹੜੇ ਸਾਡੇ ਮਨ 'ਚ ਕੁਐਸਚਨ ਚਾਹੀਦਾ ਯਾਰ ਇੱਦਾਂ ਕਿਉਂ ਲਿਖਿਆ ਸੁਣ? ਓਬਵੀਅਸਲੀ ਜੇ ਬੋਲਦੇ ਪਏ ਤਾਂ ਸੁਣ ਹੀ ਲਊਗਾ। ਠੀਕ ਹੈ, ਪਰ ਜਦੋਂ ਪਰਮੇਸ਼ਰ ਕਹਿੰਦਾ ਵਾ ਕਿ ਸੁਣ, ਇਹਦਾ ਮਤਲਬ ਕੀ ਆ? ਸੁਣ, ਇਹਦਾ ਮਤਲਬ ਕੀ ਆ? ਉਹ ਕੁਆਲਿਟੀ ਦਿੰਦਾ ਪਿਆ ਸੁਣਨ ਦੀ। ਅੱਗੇ। ਸੋ ਹੁਣ ਵੇਖ ਇਜ਼ਰਾਈਲੀ ਦੀ ਰਿਹਾਈ ਮੇਰੇ ਤੇ ਕੱਪੜੀ ਅਤੇ ਮੈਂ ਉਸ ਅਨੇਰ ਨੂੰ ਵੀ ਜੋ ਮਿਸ਼ਰੀ ਉਹਨਾਂ ਉੱਤੇ ਕਰਦਿਆਂ ਡਿੱਠਾ ਹੈ। ਹਾਂਜੀ ਬਸ। ਤੂੰ ਆ, ਮੈਂ ਤੈਨੂੰ ਫਿਰੌਨ ਕੋਲ ਘੱਲਾਂਗਾ ਤਾਂ ਜੋ ਤੂੰ ਮੇਰੀ ਪ੍ਰਜਾ ਅਰਥਾਤ ਇਜ਼ਰਾਈਲੀਆਂ ਨੂੰ ਮਿਸ਼ਰ ਵਿੱਚੋਂ ਕੱਢ ਲਿਆਵੇ। ਠੀਕ ਹੈ, ਸੋ ਆਪਾਂ ਕੀ ਦੇਖਿਆ ਸਾਰੀ ਸਟੋਰੀ ਵਿੱਚ? ਪਰਮੇਸ਼ਰ ਕੁਆਲਿਟੀ ਦਿੰਦਾ ਪਿਆ ਕਾਹਦੀ? ਸੁਣਨ ਦੀ। ਠੀਕ ਹੈ, ਅੱਜ ਦਾ ਮੈਸੇਜ ਕੀ ਆ? ਸਾਰੀ ਸਟੋਰੀ ਵਿੱਚੋਂ ਪਰਮੇਸ਼ਰ ਆਪਾਂ ਲੋਕਾਂ ਨੂੰ ਕਿਹੜੀ ਕੁਆਲਿਟੀ ਦੇ ਦਿੰਦਾ? ਦੇਖਣ ਦੀ ਵੀ ਤੇ। ਪਰ ਮੂਸਾ ਦੀ ਕੁਆਲਿਟੀ ਕੀ ਆ? ਮੂਸਾ ਦੀ ਇੱਕ ਕੁਆਲਿਟੀ ਹੈਗੀ ਕਿਹੜੀ? ਦੇਖਣ ਦੀ। ਕੀ ਤੁਸੀਂ ਦੇਖਦੇ ਹੋ? ਜਦ ਦੇਖਦੇ ਹੋ ਤੁਸੀਂ ਕੁਝ ਕਰਨਾ ਚਾਹੁੰਦੇ ਹੋ, ਤੇ ਫਿਰ ਪਰਮੇਸ਼ਰ ਕੀ ਕਰਦਾ? ਜਿਹੜੀ ਕੁਆਲਿਟੀ ਦੀ ਕਮੀ ਉਹ ਕੀ ਕਰਦਾ? ਪੂਰੀ ਕਰ ਦਿੰਦਾ। ਠੀਕ ਹੈ, ਪਰਮੇਸ਼ਰ ਆਪਣੇ ਲੋਕਾਂ ਨੂੰ ਕੁਆਲਿਟੀ ਦੇ ਦਿੰਦਾ ਸੁਣਨ ਦੀ। ਸੁਣੋ, ਕਿਸੇ ਵੇਲੇ ਆਪਾਂ ਕੀ ਕਰਦੇ ਹਾਂ? ਕਿਸੇ ਵੇਲੇ ਸਾਡੇ ਕੰਨ ਬੰਦ ਹੁੰਦੇ ਤੇ ਆਪਾਂ ਕੀ ਕਰਦੇ ਹਾਂ? ਮੰਨ ਲਓ ਜੇ ਸਾਡੇ ਕੰਨ ਬੰਦ ਹੋਣ, ਮੈਂ ਐਗਜ਼ਾਮਪਲ ਦੇ ਰਿਹਾ ਕਿ ਕਈ ਵਾਰੀ ਆਪਾਂ ਸਿਰਫ ਲੋਕਾਂ ਨੂੰ ਦੇਖ ਕੇ, ਫੇਸ ਤੋਂ ਦੇਖ ਕੇ ਹੀ ਆਪਾਂ ਡਿਸੀਜ਼ਨ ਦੇ ਦਿੰਦੇ। ਠੀਕ ਹੈ, ਆਪਾਂ ਨੇ ਸੁਣਦੇ ਨਹੀਂ। ਪਰ ਪਰਮੇਸ਼ਰ ਕੀ ਚਾਹੁੰਦਾ? ਉਹਦੇ ਲੋਕ ਕੀ ਕਰਨ? ਦੇਖਣ ਵੀ ਤੇ ਸੁਣਨ ਵੀ, ਉਹਨਾਂ ਕੋਲ ਦੋਨੋਂ ਕੁਆਲਿਟੀਜ਼ ਹੋਣ। ਠੀਕ ਹੈ, ਉਹ ਸਾਡੇ ਵਿੱਚ ਉਹ ਕੁਆਲਿਟੀਆਂ ਪਾਉਣਾ ਚਾਹੁੰਦਾ ਇਸੇ ਤਰੀਕੇ ਦੀਆਂ। ਪਰ ਸਵਾਲ ਹੈਗਾ ਕਿ ਅਸੀਂ ਦੇਖਦੇ ਹਾਂ। ਇਸ ਵੇਲੇ ਅਸੀਂ ਪ੍ਰਚਾਰ ਕਰ ਰਹੇ ਹਾਂ ਨਾ, ਇਸ ਵੇਲੇ ਆਪਾਂ ਮੈਸੇਜ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਿਹਾ, ਤੁਸੀਂ ਕੀ ਕਰਦੇ ਪਏ ਹੋ? ਹਾਂਜੀ, ਸੁਣਦੇ ਪਏ। ਤੇ ਜੇ ਧਿਆਨ ਵੇਖੋਗੇ ਤੁਸੀਂ ਕਹੋਗੇ ਯਾਰ ਦੇਖਣ ਤੇ ਸੁਣਨ ਵਿੱਚ ਕੀ ਗਾ? ਆਪ ਸਾਡਾ ਟੌਪਿਕ ਸਾਰਾ ਕੀ ਚੱਲਦਾ ਪਿਆ? ਦੇਖਣ ਤੇ ਸੁਣਨ ਬਾਰੇ। ਤੁਸੀਂ ਕਹੋਗੇ ਯਾਰ ਇਹ 'ਚ ਕਿਹੜੇ ਭੇਦ ਹੋਣੇ? ਦੇਖਣ ਸੁਣਨ 'ਚ ਕੋਈ ਭੇਦ ਨਹੀਂ, ਛੋਟੇ ਛੋਟੇ ਵਰਡ ਹੈਗੇ। ਦੇਖਣਾ ਸੁਣਨਾ ਤੇ ਆਰਾਮ ਚੀਜ਼ ਹੁੰਦੀ, ਅਸੀਂ ਸਾਰੇ ਜਾਣੇ ਦੇਖਦੇ, ਸਾਰੇ ਸੁਣਦੇ। ਪਰ ਤੁਸੀਂ ਧਿਆਨ ਨਾਲ ਸੋਚੋ, ਜਿਹੜਾ ਬੰਦਾ ਅੰਨਾ ਹੈਗਾ ਉਹਦੇ ਕੋਲ ਪਾਵਰ ਇੱਕੋ ਰਹਿ ਗਈ ਕੀ? ਸੁਣਨ ਦੀ ਤੇ ਬੋਲਣ ਦੀ, ਹੈ ਨਾ, ਇੱਕ ਤਰੀਕੇ ਨਾਲ। ਹੁਣ ਜਿਹੜਾ ਇੱਕ ਬੰਦਾ ਹੈਗਾ ਜਿਹੜਾ ਕਿ ਸੁਣ ਨਹੀਂ ਸਕਦਾ, ਉਹਦੇ ਕੋਲ ਕਿਹੜੀ ਪਾਵਰ ਹੈਗੀ? ਬਸ ਦੇਖਣ ਦੀ, ਕਿਉਂਕਿ ਉਹ ਸੁਣ ਨਹੀਂ ਸਕਦਾ। ਹੁਣ ਜਿਹਦੇ ਕੋਲ ਦੇਖਣ ਦੀ ਨਾ ਹੋਏ ਤੇ ਸੁਣਨ ਦੀ ਨਾ ਹੋਏ, ਉਹ ਕੀ ਹੋ ਗਿਆ? ਉਹਦੇ ਕੋਲ ਸਿਰਫ ਇੱਕੋ ਪਾਵਰ ਹੈਗੀ ਕਿਹੜੀ? ਬੋਲਣ ਦੀ। ਹੁਣ ਉਹ ਬੰਦਾ ਜਿਹੜਾ ਕੋਈ ਦੇਖਣ ਦੀ ਵੀ ਨਹੀਂ ਹੈਗੀ, ਸੁਣਨ ਦੀ ਵੀ ਹੈਗੀ, ਤੇ ਬੋਲਣ ਦੀ ਵੀ ਹੈਗੀ, ਹੁਣ ਸਾਰੀ ਪਾਵਰਾਂ ਗੋਣ, ਗੇਮ ਓਵਰ। ਠੀਕ ਹੈ, ਸਾਡੀ ਪਾਵਰਸ ਹੈਗੀਆਂ, ਤੁਸੀਂ ਧਿਆਨ ਨਾਲ ਸੋਚੋਗੇ ਸਾਡੀ ਪਾਵਰਸ ਹੈਗੀਆਂ ਕੀ? ਸਾਰੀ ਪਾਵਰਸ ਹੈਗੀਆਂ। ਯਿਸੂ ਮਸੀਹ ਨੇ ਕੀ ਕਿਹਾ ਸੀ? ਜੋ ਕੁਛ ਤੁਸੀਂ ਮੇਰੇ ਨਾਮ 'ਚ ਪਿਤਾ ਕੋਲੋਂ ਮੰਗੋਗੇ ਉਹ ਤੁਹਾਨੂੰ ਦੇ ਦਊਗਾ। ਪਾਵਰ ਕਿਹ 'ਚ ਹੈਗੀ? ਤੁਹਾਡੇ ਮੂੰਹ 'ਚ ਪਾਵਰ ਹੈਗੀ, ਤੇ ਬੋਲੋਗੇ ਦੇ ਦਊਗਾ। ਠੀਕ ਹੈ, ਉਹਨੇ ਕਿਹਾ ਤੁਸੀਂ ਉਹਦੀ ਸੁਣੋਗੇ। ਮੈਂ ਟੋਪਿਕ ਵੱਡਾ ਲੈ ਕਿਉਂਕਿ ਪਾਸੇ ਲੱਗੇ, ਮੇਰਾ ਖਤਮ ਹੋ ਗਿਆ। ਮੈਂ ਸਿਰ ਤੁਹਾਡੇ ਨਾਲ ਹੁਣ ਟਾਈਮ ਪਾਸ ਹੀ ਕਰਦਾ ਮੈਂ। ਠੀਕ ਹੈ, ਪਰ ਮੈਂ ਚਾਹੁੰਦਾ ਕਿ ਟਾਈਮ ਪਾਸ ਥੋੜ੍ਹਾ ਵਧੀਆ ਤਰੀਕੇ ਨਾਲ ਹੋ ਜਾਏ। ਠੀਕ ਹੈ, ਸੋ ਮੈਸੇਜ ਕੀ ਆ? ਤੇ ਮਤਲਬ ਮੇਰਾ ਆਈਡੀਆ ਹੈਗਾ ਸੀ, ਮੇਰਾ ਪੁਆਇੰਟ ਹੈਗਾ ਸੀ ਤੁਹਾਡੇ ਨਾਲ ਸਿਰਫ ਸ਼ੇਅਰ ਕਰਨ ਦਾ ਕਿ ਦੇਖਣ ਦਾ ਤੇ ਸੁਣਨ ਦਾ ਇੱਕ ਥੀਮ ਆਪਣੇ ਦਿਮਾਗ 'ਚ ਬਣਾ ਲਓ, ਦੇਖਣਾ ਤੇ ਸੁਣਨਾ। ਸਾਰੀ ਬਾਈਬਲ ਸ਼ੁਰੂ ਤੋਂ ਲੈ ਕੇ ਐਂਡ ਤੱਕ ਇਸੇ ਥੀਮ 'ਚ ਪੜ੍ਹਨੀ ਸ਼ੁਰੂ ਕਰੋ। ਤੁਸੀਂ ਵੇਖੋਗੇ ਯਿਸੂ ਮਸੀਹ ਨੇ ਬਾਰ-ਬਾਰ ਇਹ ਕਿਹਾ, ਦੇਖਣਾ ਸੁਣਨਾ, ਦੇਖਣਾ ਸੁਣਨਾ। ਠੀਕ ਹੈ, ਸੋ ਪਰਮੇਸ਼ਵਰ ਤੁਹਾਨੂੰ ਇਸ ਵਚਨ ਦਾ ਰਾਹੀਂ ਆਸ਼ੀਰਵਾਦ ਦੇਵੇ। ਆਮੀਨ। Hallelujah. Hallelujah.